ਗੁਰਮਲਕੀਤ ਸਿੰਘ ਕਾਲੋ ਦੀ ਕਹਾਣੀ ਡਲਕ ਦਾ ਇਨਸਾਫ। ਦੁਨੀਆ ਵਿੱਚ ਕਰੋਨਾ ਮਹਾਮਾਰੀ ਦੇ ਪ੍ਰਕੋਪ ਤੋਂ ਬਚਾ ਲਈ ਸਰਕਾਰ ਨੇ ਕਰਫਿਊ ਲਾ ਦਿੱਤਾ ਸੀ। ਅਖਬਾਰਾਂ ਵਾਲੇ ਬਹੁਤੇ ਹਾਕਰ ਬਾਹਰ ਨਿਕਲਣ ਦਾ ਹੀਆ ਨਹੀਂ ਕਰਦੇ ਸਨ। ਸਾਡੇ ਹਾਕਰ ਨੇ ਕਈ ਦਿਨਾਂ ਬਾਅਦ ਅੱਜ ਅਖਬਾਰ ਸੁੱਟੀ ਸੀ। ਪਹਿਲੀ ਖਬਰ ਸੀ ਕਿਸੇ ਨਿਹੰਗ ਬਾਣੇ ਵਿੱਚ ਬਾਬੇ ਨੇ ਥਾਣੇਦਾਰ ਦਾ ਗੁੱਟ ਲਾ ਦਿੱਤਾ। ਬਾਅਦ ਵਿੱਚ ਪੁਲਿਸ ਨੇ ਬਾਬੇ ਦੇ ਡੇਰੇ ਨੂੰ ਘੇਰਾ ਪਾ ਕੇ ਸਾਥੀਆਂ ਸਮੇਤ ਫੜ ਲਿਆ ਸੀ। ਅੱਗੇ ਜਾ ਕੇ ਬਾਬੇ ਦੇ ਟੋਲੇ ਦੀਆਂ ਬਦਮਾਸ਼ੀਆਂ ਦਾ ਕੱਚਾ ਚਿੱਠਾ ਅਤੇ ਗੁਰਦੁਆਰੇ ਦੇ ਰੂਪ ਵਿੱਚ ਚਲਾਏ ਜਾ ਰਹੇ ਡੇਰੇ ਤੋਂ ਫੜੇ 39 ਲੱਖ ਦੇ ਨੋਟ ਤੇ ਕਈ ਹਥਿਆਰਾਂ ਦਾ ਜ਼ਿਕਰ ਸੀ। ਮੇਰਾ ਧਿਆਨ ਹੋਰ ਖਬਰਾਂ ਵੱਲੋਂ ਹਟ ਕੇ ਕਈ ਸਾਲ ਪਹਿਲਾਂ ਸਾਡੇ ਇਲਾਕੇ ਵਿੱਚ ਵਾਪਰੀ ਇੱਕ ਘਟਨਾ ਵੱਲ ਚਲਾ ਗਿਆ। ਉਸ ਘਟਨਾ ਦਾ ਮੁੱਖ ਪਾਤਰ ਬਿੰਦਾ ਉਸੇ ਰੂਪ ਵਿੱਚ ਮੇਰੇ ਸਾਹਮਣੇ ਆਣ ਖੜੋ ਗਿਆ। ਦਿਮਾਗ ਦੇ ਯਾਦ ਵਾਲੇ ਹਿੱਸੇ ਵਿੱਚ ਸਾਂਭਿਆ ਉਹ ਦ੍ਰਿਸ਼ ਚੱਲਣ ਲੱਗ ਪਿਆ। ਇੱਕੋ ਬੰਦੇ ਵੱਲੋਂ ਇੱਕੋ ਵੇਲੇ ਕੀਤੇ 3 ਕਤਲਾਂ ਦਾ ਮਾਮਲਾ ਅਦਾਲਤ ਵਿੱਚ ਸੁਣਵਾਈ ਅਧੀਨ ਸੀ। ਦੱਸਦੇ ਸੀ ਕਿ ਸੁਣਵਾਈ ਕਰ ਰਹੇ ਜੱਜ ਉੱਤੇ ਕਦੇ ਨਾ ਇਨਸਾਫੀ ਵਾਲੀ ਉਂਗਲ ਨਹੀਂ ਸੀ ਉੱਠੀ। ਇਨਸਾਫ ਲਈ ਉਹ ਜੱਜ ਉਹ ਨਿਯਮ ਵੀ ਅਪਣਾ ਲੈਂਦਾ ਸੀ ਕਿ ਜੇ ਕਾਨੂੰਨ ਤੋਂ ਬਾਹਰ ਜਾ ਕੇ ਇਨਸਾਫ ਕਰਨਾ ਪੈ ਜਾਵੇ ਤਾਂ ਉਹ ਜਾਇਜ਼ ਹੈ, ਬਸ਼ਰਤੇ ਇੰਜ ਕੀਤਾ ਗਿਆ ਇਨਸਾਫ ਫੈਸਲੇ ਤੋਂ ਝਲਕਦਾ ਹੋਵੇ। ਮਾਮਲੇ ਵਿੱਚ ਇਸਤਗਾਸਾ ਪੱਖ ਦੇ ਸਾਰੇ ਗਵਾਹ ਭੁਗਤ ਚੁੱਕੇ ਸਨ ਤੇ ਸਭ ਨੇ ਬਲਵਿੰਦਰ ਸਿੰਘ ਉਰਫ ਬਿੰਦੇ ਨੂੰ ਕਾਤਲ ਸਾਬਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਬੇਸ਼ੱਕ ਜੱਜ ਵੱਲੋਂ ਵਕੀਲ ਬਾਰੇ ਪੁੱਛੇ ਜਾਣ ਤੇ ਬਿੰਦੇ ਨੇ ਕਹਿ ਦਿੱਤਾ ਸੀ ਕਿ ਉਸਨੇ ਵਕੀਲ ਨਹੀਂ ਕਰਨਾ ਤੇ ਨਾ ਹੀ ਉਸਨੂੰ ਸਰਕਾਰੀ ਵਕੀਲ ਦੀ ਲੋੜ ਹੈ। ਫਿਰ ਵੀ ਜੱਜ ਨੇ ਲੀਗਲ ਏਡ ਸੁਸਾਇਟੀ ਨੂੰ ਲਿਖ ਕੇ ਉਸਨੂੰ ਸਰਕਾਰੀ ਵਕੀਲ ਦੀ ਸੇਵਾ ਲੈ ਦਿੱਤੀ ਸੀ। ਮਾਮਲੇ ਨੂੰ ਨੇੜਿਓਂ ਵੇਖਣ ਵਾਲੇ ਦੱਸਦੇ ਨੇ ਕਿ ਉਸ ਸਰਕਾਰੀ ਵਕੀਲ ਨਾਲ ਵੀ ਕਤਲ ਹੋਏ ਲੋਕਾਂ ਦੇ ਵਾਰਸਾਂ ਨੇ ਗੰਢ ਧੁੱਪ ਕਰ ਲਈ ਸੀ, ਜਿਸ ਦੀ ਪੁਸ਼ਟੀ ਇਸ ਗੱਲ ਤੋਂ ਹੋ ਜਾਂਦੀ ਸੀ ਕਿ ਉਸ ਵਕੀਲ ਨੇ ਕਿਸੇ ਗਵਾਹ ਉੱਤੇ ਠੋਕਵੀਂ ਬਹਿਸ ਨਹੀਂ ਸੀ ਕੀਤੀ। ਜਿਵੇਂ ਕਹਿੰਦੇ ਹੁੰਦੇ ਨਾ ਕਿ ਦਾਈਆਂ ਤੋਂ ਪੇਟ ਗੁੱਜੇ ਥੋੜੇ ਹੁੰਦੇ ਆ। ਜੱਜ ਸਾਹਿਬ ਨੇ ਇਹ ਗੱਲ ਟਾਲ ਲਈ ਸੀ। ਆਪਣੇ ਨਿਰਦੋਸ਼ ਹੋਣ ਦੀ ਗੱਲ ਕਰਨ ਲਈ ਸਫਾਈ ਦੇ ਗਵਾਹ ਬਾਰੇ ਪੁੱਛੇ ਜਾਣ ਤੇ ਬਿੰਦੇ ਦਾ ਜਵਾਬ ਸੀ, ਜੱਜ ਸਾਹਿਬ, ਮੇਰਾ ਗਵਾਹ ਮੇਰਾ ਰੱਬ ਹੈ ਅਤੇ ਕਿਸੇ ਵਿਅਕਤੀ ਉੱਤੇ ਤਾਂ ਮੈਨੂੰ ਹੁਣ ਵਿਸ਼ਵਾਸ ਹੀ ਨਹੀਂ ਰਿਹਾ। ਆਖਰ ਵਿੱਚ ਜੱਜ ਨੇ ਉਸ ਨੂੰ ਆਪਣੀ ਸਫਾਈ ਆਪ ਦੇਣ ਦਾ ਮੌਕਾ ਦਿੰਦੇ ਹੋਏ ਅਗਲੇ ਹਫ਼ਤੇ ਦੀ ਤਾਰੀਖ ਪਾ ਦਿੱਤੀ। ਇਲਾਕੇ ਵਿੱਚ ਚਰਚਿਤ ਕਤਲ ਕੇਸ ਹੋਣ ਕਾਰਨ ਕਾਫੀ ਲੋਕਾਂ ਦੀ ਉਸ ਦੀ ਸੁਣਵਾਈ ਵਿੱਚ ਦਿਲਚਸਪੀ ਸੀ। ਲੋਕਾਂ ਵਿੱਚ ਉਤਸੁਕਤਾ ਸੀ ਕਿ ਰੱਬ ਤੇ ਭਰੋਸਾ ਰੱਖਣ ਵਾਲਾ ਬਿੰਦਾ ਅੱਜ ਆਪਣੇ ਬਚਾਅ ਲਈ ਕਹੂ ਕੀ। ਜੇਲ੍ਹ ਅਮਲਾ ਬਿੰਦੇ ਨੂੰ ਲੈ ਕੇ ਪਹੁੰਚ ਗਿਆ ਸੀ। 2-4 ਸੁਣਵਾਈਆਂ ਤੋਂ ਬਾਅਦ ਹਾਕਰ ਨੇ ਆਵਾਜ਼ ਦਿੱਤੀ, ਸਟੇਟ ਬਨਾਮ ਬਲਵਿੰਦਰ ਸਿੰਘ ਬਿੰਦਾ ਹਾਜ਼ਰ ਹੋ। ਸਿਪਾਹੀਆਂ ਨੇ ਉਸ ਨੂੰ ਜੱਜ ਮੂਹਰੇ ਜਾ ਖੜਾਇਆ। ਆਵਾਜ਼ ਪੈਂਦੇ ਸਾਰ ਉਹਨਾਂ ਸਾਰਿਆਂ ਨੇ ਅਦਾਲਤੀ ਕਮਰੇ ਦਾ ਰੁਖ ਕਰ ਲਿਆ ਸੀ ਜੋ ਖਾਸ ਤੌਰ ਤੇ ਬਿੰਦੇ ਦੀ ਗੱਲ ਸੁਣਨ ਆਏ ਸਨ। ਲੋਕ ਕਿਆਸ ਹਰਾਈਆਂ ਵਾਲੇ ਘੋੜੇ ਦੜਾ ਰਹੇ ਸਨ ਕਿ ਪਤਾ ਨਹੀਂ ਬਿੰਦਾ ਕਿਹੜਾ ਨਵਾਂ ਸੱਪ ਕੱਢ ਮਾਰੇਗਾ। ਮੁਦਈ ਧਿਰ ਵਾਲਿਆਂ ਨੂੰ ਲੱਗਦਾ ਸੀ ਕਿ ਸ਼ਾਇਦ ਵਕੀਲਾਂ ਦੀ ਬਹਿਸ ਤੋਂ ਬਾਅਦ ਜੱਜ ਸਾਹਿਬ ਅੱਜ ਫੈਸਲਾ ਸੁਣਾ ਦੇਣਗੇ। ਉਹਨਾਂ ਨੂੰ ਪਤਾ ਸੀ ਕਿ ਬਿੰਦੇ ਦੇ ਵਕੀਲ ਦਾ ਮੂੰਹ ਤਾਂ ਬੰਦ ਕਰ ਚੁੱਕੇ ਨੇ, ਇਸ ਲਈ ਉਸਨੇ ਤਾਂ ਬਚਾਅ ਵਾਲੀ ਗੱਲ ਕਰਨੀ ਨਹੀਂ। ਉਂਝ ਵੀ ਸਾਰੀ ਇਸ ਸੱਚ ਨੂੰ ਜਾਣਦੇ ਸੀ ਕਿ ਤਿੰਨੋਂ ਕਤਲ ਬਿੰਦੇ ਨੇ ਹੀ ਕੀਤੇ ਸਨ। ਲੋਕਾਂ ਵਿੱਚ ਤਾਂ ਉਸ ਦੀ ਸਜ਼ਾ ਬਾਰੇ ਕਿਆਫੇ ਵੀ ਲੱਗਣ ਲੱਗ ਪਏ ਸਨ। ਕੋਈ ਕਹੇ ਫਾਂਸੀ ਤਾਂ ਪੱਕੀ ਆ ਬਈ, ਤੇ ਕੋਈ ਉਮਰ ਕੈਦ ਦੀ ਸ਼ਰਤ ਲਾ ਰਿਹਾ ਸੀ। ਜੱਜ ਦੇ ਅਰਦਲੀ ਨੇ ਪਾਣੀ ਦਾ ਗਲਾਸ ਬਦਲ ਕੇ ਲੈ ਆਂਦਾ, ਜਿਸ ਨੂੰ ਪੀ ਕੇ ਜੱਜ ਸਾਹਿਬ ਨੇ ਕੁਰਸੀ ਤੇ ਆਪਣੇ ਆਪ ਨੂੰ ਸੰਤੁਲਿਤ ਜਿਹਾ ਕਰਦੇ ਹੋਏ ਕਤਲ ਵਾਲੀ ਫਾਈਲ ਖੋਲ੍ਹ ਲਈ। ਕੁਝ ਵਰਕੇ ਫਰੋਲਣ ਤੋਂ ਬਾਅਦ ਬਿੰਦੇ ਨੂੰ ਗਵਾਹਾਂ ਵਾਲੇ ਚੌਕਟੇ ਵਿੱਚ ਆਉਣ ਲਈ ਕਿਹਾ। ਕਮਰੇ ਵਿੱਚ ਚੁੱਪ ਵਰਤ ਗਈ। ਟਾਈਪਿਸਟ ਨੇ ਟਾਈਪ ਮਸ਼ੀਨ ਤੇ ਕਾਗਜ਼ ਚੜਾ ਲਏ। ਸਾਰਿਆਂ ਦੀਆਂ ਨਜ਼ਰਾਂ ਬਿੰਦੇ ਦੇ ਚਿਹਰੇ ਤੇ ਗੱਡੀਆਂ ਗਈਆਂ। ਲੋਕ ਹੈਰਾਨ ਸਨ ਕਿ ਬਿੰਦੇ ਦੇ ਚਿਹਰੇ ਤੇ ਸਜ਼ਾ ਦਾ ਖੌਫ ਵਾਲਾ ਪ੍ਰਭਾਵ ਨਹੀਂ ਸੀ। ਉਹ ਅਡੋਲ ਖੜਾ ਕਦੇ ਫਾਈਲ ਫਰੋਲਦੇ ਜੱਜ ਸਾਹਿਬ ਵੱਲ ਵੇਖ ਲੈਂਦਾ ਤੇ ਕਦੇ ਉਸ ਵੱਲ ਬਿਟ ਝਾਕਦੇ ਲੋਕਾਂ ਵੱਲ। ਵਿਚਵਾਰ ਉਹ ਆਪਣੇ ਸਰਕਾਰੀ ਵਕੀਲ ਤੇ ਵੀ ਨਜ਼ਰ ਮਾਰ ਲੈਂਦਾ, ਜਿਸ ਬਾਰੇ ਉਸਨੂੰ ਪਤਾ ਸੀ ਕਿ ਹੋਇਆ ਨਾ ਹੋਇਆ ਇੱਕ ਗੱਲ ਹੈ। ਆਪਣੇ ਮੂਹਰੇ ਖੱਬੇ ਪਾਸੇ ਕਟਹਿਰੇ ਵਿੱਚ ਅਡੋਲ ਖੜੇ ਬਿੰਦੇ ਵੱਲ ਸਿਰ ਘੁਮਾਉਂਦੇ ਹੋਏ ਜੱਜ ਸਾਹਿਬ ਬੋਲੇ, ਹਾਂ ਬਈ ਬਲਵਿੰਦਰ ਸਿੰਘ, ਤੂੰ ਆਪਣੀ ਸਫਾਈ ਵਿੱਚ ਜੋ ਕਹਿਣਾ ਚਾਹੇ ਕਹਿ ਸਕਦਾ ਹੈ। ਤੇਰੀ ਹਰ ਗੱਲ ਰਿਕਾਰਡ ਤੇ ਲਿਆਂਦੀ ਜਾਵੇਗੀ।
ਦੁਨੀਆ ਦੇ ਲੋਕਾਂ ਦੇ ਚੰਗੇ ਬੁਰੇ ਵਿਹਾਰਾਂ ਤੋਂ ਵਾਕਿਫ ਹੋ ਚੁੱਕੇ ਬਿੰਦੇ ਨੇ ਜੱਜ ਦੇ ਲਹਿਜ਼ੇ ਤੋਂ ਭਾਪ ਲਿਆ ਸੀ ਕਿ ਉਹਦੀ ਸਾਰੀ ਗੱਲ ਸੁਣੀ ਜਾਓ, ਚਾਹੇ ਉਹ ਕਿੰਨੀ ਲੰਮੀ ਹੋ ਜਾਏ। ਉਸ ਨੂੰ ਲੱਗਿਆ ਜਿਵੇਂ ਬਾਬਾ ਨਾਨਕ ਉਸ ਦੇ ਸਾਹਮਣੇ ਖੜਾ ਉਸ ਨੂੰ ਓੜਕ ਸੱਚ ਕਹੀ ਦਾ ਆਸ਼ੀਰਵਾਦ ਦੇ ਰਿਹਾ ਹੋਵੇ। ਸੱਚ ਦੀਆਂ ਬਰਕਤਾਂ ਬਾਰੇ ਸੁਣੀਆਂ ਕੁਝ ਸਾਖੀਆਂ ਤੇ ਕਹਾਣੀਆਂ ਤੇ ਬਣੇ ਹੋਏ ਦ੍ਰਿਸ਼ ਉਸ ਦੇ ਮਨ ਵਿੱਚ ਉਕਰਨ ਲੱਗੇ। ਉਸ ਦਾ ਮਨ ਗਵਾਹੀ ਭਰਨ ਲੱਗਾ ਕਿ ਸੱਚੇ ਬੰਦੇ ਨਾਲ ਰੱਬ ਆਪ ਹੀ ਆ ਕੇ ਖੜ ਜਾਂਦਾ ਹੈ। ਉਸ ਦਾ ਮਨ ਉਹ ਸਾਰਾ ਸੱਚ ਉਗਲਣ ਲਈ ਜ਼ੋਰ ਪਾਉਣ ਲੱਗਾ ਜਿਸ ਦਾ ਭਾਰ ਉਹ ਇੰਨੇ ਸਾਲਾਂ ਤੋਂ ਮਨ ਤੇ ਪਾਈ ਫਿਰਦਾ ਸੀ। ਉਧਰ ਜੱਜ ਸਾਹਿਬ ਉਸ ਦੀ ਫਾਈਲ ਪੜ੍ਹ ਰਹੇ ਸਨ ਤੇ ਦਰਬਿੰਦਾ ਕਤਲਾਂ ਦੇ ਕਾਰਨ ਦੱਸ ਕੇ ਆਪਣਾ ਦੋਸ਼ ਮੰਨਣ ਦਾ ਮਨ ਬਣਾ ਰਿਹਾ ਸੀ। ਪਲ ਦੋ ਪਲ ਅੱਖਾਂ ਮੀਟ ਕੇ ਉਸਨੇ ਮਨ ਆਈ ਗੱਲ ਤੇ ਖੜੋ ਕੇ ਸੱਚ ਦੱਸਣ ਦੀ ਤਿਆਰੀ ਕਰ ਲਈ। ਜੱਜ ਸਾਹਿਬ ਨੇ ਫਾਈਲ ਤੋਂ ਨਜ਼ਰਾਂ ਚੁੱਕ ਕੇ ਬਿੰਦੇ ਵੱਲ ਤੱਕਿਆ ਤੇ ਉਸਨੂੰ ਆਪਣੀ ਗੱਲ ਕਹਿਣ ਲਈ ਕਿਹਾ। ਸਟੈਨੋ ਨੇ ਉਂਗਲਾਂ ਮਸ਼ੀਨ ਦੇ ਕੀਬੋਰਡ ਤੇ ਟਿਕਾ ਲਈਆਂ। ਖੜੇ ਖੜੇ ਬਿੰਦੇ ਨੇ ਥੱਕ ਗਈਆਂ ਲੱਤਾਂ ਦਾ ਭਾਰ ਬਦਲਿਆ ਤੇ ਖੰਗੂਰਾ ਜਿਹਾ ਮਾਰ ਕੇ ਸ਼ੁਰੂ ਹੋ ਗਿਆ। ਜਨਾਬ, ਮੈਂ ਕਿਸੇ ਗੁਰੂ ਦੀ ਥਾਂ ਆਪਣੇ ਆਪ ਤੇ ਆਪਣੀ ਜ਼ਮੀਰ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਜੋ ਵੀ ਬੋਲਾਂਗਾ ਉਹ ਪੂਰਾ ਸੱਚ ਹੋਵੇਗਾ, ਪਰ ਮੇਰੇ ਵੱਲੋਂ ਗੁਨਾਹ ਮੰਨ ਲੈਣ ਤੋਂ ਬਾਅਦ ਇਹ ਜ਼ਰੂਰ ਸੁਣ ਲਿਓ ਕਿ ਮੈਂ ਇਹ ਕਤਲ ਕਿਉਂ ਕੀਤੇ। ਜਿਵੇਂ ਹੀ ਜੱਜ ਨੇ ਅਗਾਹ ਦਾ ਇਸ਼ਾਰਾ ਕੀਤਾ, ਬਿੰਦੇ ਦੇ ਚੇਤਿਆਂ ਵਾਲੀ ਰੀਲ ਚੱਲਣ ਲੱਗ ਪਈ। ਜੱਜ ਸਾਹਿਬ, ਲੋਕ ਦੱਸਦੇ ਹਨ ਕਿ ਮੇਰੇ ਬਾਪ ਦੀ ਪਿੰਡ ਵਿੱਚ ਕਾਫੀ ਇੱਜ਼ਤ ਤੇ ਚੜ੍ਹਤ ਸੀ। ਦੱਸਦੇ ਨੇ ਕਿ ਉਹ ਬਹੁਤ ਇਮਾਨਦਾਰ ਤੇ ਇਨਸਾਫ ਪਸੰਦ ਬੰਦਾ ਸੀ। ਮੈਂ ਤੀਜੀ ਜਾਂ ਚੌਥੀ ਜਮਾਤ ਵਿੱਚ ਸੀ ਉਦੋਂ, ਜਦੋਂ ਆਪਣੇ ਜਮਾਤੀ ਦੇ ਪਿਓ ਦਾ ਬਲੈਤੋਂ ਲਿਆਂਦਾ ਪੈਨ ਚੋਰੀ ਕਰ ਲਿਆ। ਮੁੰਡੇ ਨੇ ਮਾਸਟਰ ਕੋਲ ਸ਼ਿਕਾਇਤ ਲਾਉਣੀ ਸੀ। ਮਾਸਟਰ ਜੀ ਵੀ ਮੇਰੇ ਬਾਪ ਵਰਗੇ ਪਾਰਖੂ ਸਨ। ਅੱਖਾਂ 'ਚ ਅੱਖਾਂ ਪਾ ਕੇ ਸੱਚੇ ਝੂਠੇ ਦੀ ਪਛਾਣ ਕਰ ਲੈਂਦੇ ਸੀ। ਆਵਾਜ਼ ਪੈਂਦੇ ਹੀ ਮੇਰੀਆਂ ਤਾਂ ਲੱਤਾਂ ਕੰਬਣ ਲੱਗ ਪਈਆਂ। ਮਾਸਟਰ ਜੀ ਕਹਿੰਦੇ ਆਪੇ ਹੀ ਦੇ ਦੇ ਨਹੀਂ ਤਾਂ ਤੇਰੇ ਭਾਪੇ ਨੂੰ ਦੱਸੂ। ਮੇਰਾ ਮੁਕਰਨ ਦਾ ਹੌਸਲਾ ਹੀ ਨਾ ਪਿਆ ਤੇ ਕਿਹਾ ਕਿ ਘਰ ਲੁਕੋਇਆ ਹੋਇਆ। ਮਾਸਟਰ ਜੀ ਦਾ ਜਨਾਬ ਪਿੱਛਾ ਸੁਣਦਾ ਹੈ। ਉਹ ਜਿਹੇ ਬੰਦੇ ਹੁਣ ਕਿੱਥੇ ਲੱਭਦੇ ਨੇ। ਉਹ ਅੱਜ ਦਾ ਕੰਮ ਕੱਲ ਤੇ ਨਹੀਂ ਸੀ ਛੱਡਦੇ। ਸਾਨੂੰ ਵੀ ਆਹੀ ਸਿੱਖਿਆ ਦਿੰਦੇ ਹੁੰਦੇ ਸੀ। ਮੈਨੂੰ ਕਹਿੰਦੇ ਹੁਣੇ ਜਾ ਤੇ ਘਰੋਂ ਪੈਨ ਲੈ ਗਿਆ। ਘਰ ਗਿਆ ਤਾਂ ਪਾਪੇ ਨੂੰ ਸ਼ੱਕ ਪੈ ਗਿਆ ਕਿ ਸਕੂਲੋਂ ਦੌੜ ਕੇ ਆਇਆ। ਸੰਦੂਕ ਚੋਂ ਪੈਨ ਕੱਢ ਕੇ ਲਿਜਾਣ ਲੱਗਾ ਤਾਂ ਪਾਪੇ ਨੇ ਤਾੜ ਲਿਆ। ਮੇਰੇ ਮਗਰੀ ਸਕੂਲੇ ਆ ਗਿਆ। ਨਾ ਚਾਹੁੰਦੇ ਹੋਏ ਵੀ ਮਾਸਟਰ ਜੀ ਨੂੰ ਸਭ ਕੁਝ ਦੱਸਣਾ ਪਿਆ। ਬਿੰਦਾ ਥੋੜਾ ਚੁੱਪ ਹੋਇਆ। ਲੰਮਾ ਜਿਹਾ ਸਾਹ ਭਰਿਆ, ਜਿਵੇਂ ਕਿਸੇ ਯਾਦ ਨੇ ਉਸ ਦਾ ਦਿਲ ਬਹੁਤ ਦੁਖਾ ਦਿੱਤਾ ਹੋਵੇ। ਜੱਜ ਦੇ ਇਸ਼ਾਰੇ ਤੋਂ ਬਿਨਾਂ ਹੀ ਉਹ ਆਪੇ ਸ਼ੁਰੂ ਹੋ ਗਿਆ। ਜੱਜ ਸਾਹਿਬ, ਉਂਝ ਮੇਰਾ ਪਾਪਾ ਸਿਆਣਾ ਬਹੁਤ ਸੀ। ਉਸਨੇ ਉੱਥੇ ਤਾਂ ਕੁਝ ਨਹੀਂ ਕਿਹਾ ਤੇ ਲਾਲ ਜੀਆਂ ਅੱਖਾਂ ਵਿਖਾ ਕੇ ਉਹ ਘਰ ਨੂੰ ਚਲਿਆ ਗਿਆ ਸੀ। ਪਾਪੇ ਦੇ ਡੰਡੇ ਨੇ ਉਸ ਦਿਨ ਅੱਧੀ ਛੁੱਟੀ ਵੇਲੇ ਘਰ ਜਾਣ ਦਾ ਚੇਤਾ ਭੁਲਾ ਦਿੱਤਾ ਸੀ। ਸਾਰੀ ਛੁੱਟੀ ਹੋਈ, ਜੀ ਕਰੇ ਖੇਤਾਂ ਵੱਲ ਭੱਜ ਜਾਵਾਂ, ਪਰ ਮਾਂ ਦੇ ਢਾਲ ਬਣਨ ਦਾ ਚੇਤਾ ਕਰਕੇ ਘਰੇ ਚਲੇ ਗਿਆ। ਮਾਂ ਨੇ ਅੱਧੀ ਛੁੱਟੀ ਖਾਣ ਵਾਲੀ ਰੋਟੀ ਪਾ ਕੇ ਦਿੱਤੀ ਤੇ ਨਾਲ ਦੁੱਧ ਦਾ ਗਲਾਸ। ਖਾਣ ਪੀਣ ਕਰਕੇ ਡੰਡੇ ਦਾ ਡਰ ਕੁਝ ਘਟਿਆ ਹੀ ਸੀ ਕਿ ਪਾਪੇ ਨੇ ਸੱਦ ਲਿਆ। ਇਸ ਤੋਂ ਪਹਿਲਾਂ ਕਿ ਮੈਂ ਦੱਸਦਾ ਕਿ ਮੈਨੂੰ ਪੈਨ ਬਹੁਤ ਚੰਗਾ ਲੱਗਾ ਸੀ, ਪਾਪੇ ਦੇ ਡੰਡੇ ਦਾ ਖੜਕਾ ਤੇ ਮੇਰੀਆਂ ਚੀਕਾਂ ਦੂਰ ਤੱਕ ਸੁਣਨ। ਛਡਾਉਂਦੇ ਹੋਏ ਮੇਰੀ ਮਾਂ ਦੇ ਵੀ ਇੱਕ ਦੋ ਵੱਜ ਗਈਆਂ। ਬਸ ਉਹ ਡੰਡਾ ਮੈਨੂੰ ਬੰਦਾ ਬਣਾ ਗਿਆ ਤੇ 10ਵੀਂ ਤੱਕ ਨਾ ਨਕਲ ਨਾ ਕੋਈ ਭੈੜ ਲਾਗੇ ਲੱਗਾ। ਮੈਂ ਜੇ 10ਵੀਂ ਦਾ ਨਤੀਜਾ ਉਡੀਕ ਰਿਹਾ ਸੀ ਜਦੋਂ ਸ਼ਹਿਰੋਂ ਮੁੜਦਿਆਂ ਪਾਪੇ ਨੂੰ ਕਿਸੇ ਟਰੱਕ ਨੇ ਕੁਚਲ ਦਿੱਤਾ। ਪਾਪੇ ਦੀ ਮੌਤ ਨਾਲ ਸਾਡੇ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਐਕਸੀਡੈਂਟ ਸਾਡੇ ਸ਼ਰੀਕਾਂ ਦੀ ਸੋਚੀ ਸਮਝੀ ਚਾਲ ਸੀ। ਸ਼ਰੀਕਾਂ ਦੀ ਅੱਖ ਵੀ ਨਿਆਹੀ ਵਾਲੇ ਟੱਕ ਤੇ ਸੀ। ਮੇਰਾ ਅਜੇ ਵਿਆਹ ਨਹੀਂ ਸੀ ਹੋਇਆ ਕਿ ਪਾਪੇ ਦੇ ਗਮ ਵਿੱਚ ਮਾਂ ਵੀ ਮਰ ਗਈ। ਮੇਰਾ ਕੋਈ ਜਿਗਰੀ ਯਾਰ ਵੀ ਨਹੀਂ ਸੀ ਜੋ ਉਸ ਔਖੇ ਵੇਲੇ ਹੌਸਲਾ ਦਿੰਦਾ। ਇਹ ਕੱਲ ਤੇ ਨਾਸ਼ਤਾ ਵਿੱਚ ਧਸਤੇ ਜਾਂਦੇ ਨੂੰ ਪਤਾ ਹੀ ਨਹੀਂ ਲੱਗਾ ਤੇ ਨਿਆਹੀ ਵਾਲਾ ਟੱਕ ਕਦੋਂ ਤੇ ਕਿਵੇਂ ਸ਼ਰੀਕਾਂ ਦੇ ਨਾਲ ਚੜ ਗਿਆ। ਵਿਆਹ ਹੋਇਆ ਤਾਂ ਪਤਨੀ ਦੀ ਸਲਾਹ ਨਾਲ ਮੈਂ ਦੁਬਈ ਚਲੇ ਗਿਆ। 2 ਕੁ ਸਾਲ ਬਾਅਦ ਪਿੰਡ ਦਾ ਫੇਰਾ ਮਾਰ ਜਾਂਦਾ ਹੁੰਦਾ ਸੀ। ਸਾਡੇ ਘਰ ਧੀ ਨੇ ਜਨਮ ਲਿਆ। ਬੜਾ ਸੋਚ ਵਿਚਾਰ ਕੇ ਉਸ ਦਾ ਨਾਂ ਅਸੀਂ ਸਹਿਜ ਕੌਰ ਰੱਖਿਆ ਸੀ। ਸਹਿਜ ਦੇ ਮੋਹ ਨੇ ਮੈਨੂੰ
ਨਿਰਾਸ਼ਤਾ ਦੇ ਸਮੁੰਦਰ ਤੋਂ ਬਾਹਰ ਕੱਢ ਲਿਆਂਦਾ। ਮਰ ਜਾਣੀ। ਬਚਪਨ ਤੋਂ ਹੀ ਪੜ੍ਹਾਈ ਵਿੱਚ ਬੜੀ ਹੁਸ਼ਿਆਰ ਸੀ। ਹਰ ਸਾਲ ਜਮਾਤ 'ਚੋਂ ਫਸਟ ਆਉਣ ਲੱਗ ਪਈ ਸੀ। ਉਸ ਦੇ ਮੋਹ ਕਰਕੇ ਮੈਂ ਹਰ ਸਾਲ ਪਿੰਡ ਦਾ ਗੇੜਾ ਮਾਰਨ ਲੱਗ ਪਿਆ ਸੀ। ਇੱਕ ਵਾਰ ਪਿੰਡੋਂ ਹੋ ਕੇ ਦੁਬਈ ਪਹੁੰਚੇ ਨੂੰ ਕੁਝ ਦਿਨ ਹੀ ਹੋਏ ਸੀ ਕਿ ਪਤਨੀ ਦੀ ਮੌਤ ਦੀ ਖਬਰ ਆ ਗਈ। ਅਗਲੇ ਦਿਨ ਪਿੰਡ ਆ ਕੇ ਪਤਾ ਲੱਗਾ ਕਿ ਸ਼ਰੀਕਾਂ ਦੀ ਬੁੜੀ, ਜਿਸ ਨੇ ਕੁਝ ਦਿਨ ਪਹਿਲਾਂ ਹੀ ਸ਼ਿੰਦੋ ਨਾਲ ਸਾਂਝ ਪਾਈ ਸੀ, ਮੇਰੀ ਸ਼ਿੰਦੋ ਨੇ ਉਸ ਦੇ ਘਰੋਂ ਚਾਹ ਪੀਤੀ ਸੀ ਤੇ ਉਹ ਘਰ ਆ ਕੇ ਬੇਸੁੱਧ ਹੋ ਕੇ ਮੰਜੇ ਤੇ ਡਿੱਗ ਪਈ ਸੀ। ਕੁੜੀ ਨੇ ਨਾਨਕਿਆਂ ਨੂੰ ਹੀ ਫੋਨ ਕਰਨਾ ਸੀ, ਪਰ ਸ਼ਿੰਦੋ ਦਾ ਭਰਾ ਕਿਤੇ ਦੂਰ ਗਿਆ ਹੋਣ ਕਰਕੇ ਛੇਤੀ ਪਹੁੰਚ ਨਾ ਸਕਿਆ ਤੇ ਸ਼ਿੰਦੋ ਬਿਨਾਂ ਇਲਾਜ ਰਾਤ ਨੂੰ ਦਮ ਤੋੜ ਗਈ। ਉਸਦੇ ਪੇਕਿਆਂ ਨੇ ਤਿਆਰੀ ਕੀਤੀ ਹੋਈ ਸੀ ਤੇ ਮੇਰੇ ਪਹੁੰਚਣ ਤੇ ਜਲਦੀ ਨਾਲ ਸੰਸਕਾਰ ਕਰ ਦਿੱਤਾ ਗਿਆ। ਸ਼ਿੰਦੋ ਦੇ ਭੋਗ ਤੱਕ ਭੇਤ ਖੁੱਲ ਗਿਆ ਸੀ ਕਿ ਉਹ ਮਰੀ ਨਹੀਂ ਸੀ, ਮਾਰੀ ਗਈ ਸੀ। ਜਿਵੇਂ ਜਿਵੇਂ ਸ਼ਰੀਕਾਂ ਦੀ ਹੱਥ ਦੇ ਭੇਤ ਖੁੱਲਣ ਲੱਗੇ, ਮੇਰਾ ਖੂਨ ਖੋਲਣ ਲੱਗਦਾ, ਪਰ ਆਪਣੀ ਧੀ ਬਾਰੇ ਸੋਚ ਕੇ ਮੈਂ ਗੁੱਸਾ ਪੀ ਲੈਂਦਾ। ਇੱਥੇ ਆ ਕੇ ਬਿੰਦੇ ਨੇ ਲੰਮਾ ਸਾਰਾ ਹੌਂਕਾ ਭਰਿਆ, ਦੋਹਾਂ ਹੱਥਾਂ ਨਾਲ ਸਿਲੀਆਂ ਹੋਈਆਂ ਅੱਖਾਂ ਪੂੰਝੀਆਂ ਤੇ ਆਪਣੇ ਆਪ ਨੂੰ ਸੰਭਾਲਦਾ ਹੋਇਆ ਅਗਲੀ ਗੱਲ ਦੱਸਣ ਲੱਗਾ। ਜੱਜ ਸਾਹਿਬ, ਮੈਂ ਬਾਪ ਦੇ ਐਕਸੀਡੈਂਟ ਤੇ ਸ਼ਿੰਦੋ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਾਉਣ ਲਈ ਪੁਲਿਸ ਕੋਲ ਬਹੁਤ ਫਰਿਆਦਾਂ ਕੀਤੀਆਂ, ਪਰ ਇਹਨਾਂ ਪਾਪੀ ਸ਼ਰੀਕਾਂ ਤੇ ਲੀਡਰ ਦੀ ਇੱਕੋ ਗੱਲ ਹੋਣ ਕਰਕੇ ਮੇਰੀ ਕਿਸੇ ਨਾ ਸੁਣੀ। ਪੁਲਿਸ ਵਾਲੇ ਮੈਨੂੰ ਬਾਹਰੋਂ ਬਾਹਰ ਟਰਕਾ ਦਿੰਦੇ ਸਨ। ਇਨਸਾਫ ਲਈ ਮੇਰੀਆਂ ਕੋਸ਼ਿਸ਼ਾਂ ਤੋਂ ਸ਼ਰੀਕ ਹੋਰ ਚਿੜਦੇ ਸਨ। ਫਿਰ ਉਹ ਸਿੱਧੇ ਤੌਰ ਤੇ ਵੇਖ ਲੈਣ ਦੀਆਂ ਧਮਕੀਆਂ ਦੇਣ ਲੱਗ ਪਏ। ਧਮਕੀਆਂ ਤੇ ਜ਼ਿਆਦਤੀਆਂ ਕਾਰਨ ਮੇਰਾ ਖੂਨ ਖੋਲਣ ਲੱਗਾ। ਆਪੇ ਤੋਂ ਬਾਹਰ ਹੋ ਕੇ ਕੋਈ ਸਕੀਮ ਕੱਢਣ ਲੱਗਦਾ ਤਾਂ ਸਹਿਜ ਦਾ ਮਾਸੂਮ ਚਿਹਰਾ ਅੱਖਾਂ ਸਾਹਮਣੇ ਘੁੰਮਣ ਲੱਗਦਾ। ਉਸ ਦਾ ਕੀ ਬਣੂ ਮੇਰੇ ਫੜੇ ਜਾਣ ਤੋਂ ਬਾਅਦ? ਬਸ ਇਹੀ ਸਵਾਲ ਮੇਰਾ ਗੁੱਸਾ ਢਿੱਲਾ ਕਰ ਦਿੰਦਾ। ਪਰ ਇੱਕ ਦਿਨ ਸ਼ਰੀਕਾਂ ਨੇ ਮੇਰੇ ਜਿਉਣ ਦੀ ਆਖਰੀ ਖੁਆਇਸ਼ ਨੂੰ ਵੀ ਹੱਥ ਪਾ ਲਿਆ। ਜੱਜ ਸਾਹਿਬ, ਸਕੂਲ ਗਈ ਸਹਿਜ ਵਾਪਸ ਘਰ ਨਾ ਪਹੁੰਚੀ। ਮੈਂ ਰਾਤ ਭਰ ਪਤਾ ਲਾਉਂਦਾ ਰਿਹਾ, ਐਵੇਂ ਕਿਸੇ ਨੂੰ ਬੁਰਾ ਕਿਉਂ ਕਹਾਂ। ਸ਼ਰੀਕਾਂ ਤੋਂ ਬਿਨਾਂ ਸਾਰਾ ਪਿੰਡ ਮੇਰੇ ਨਾਲ ਆਣ ਖਲੋਇਆ। ਅਗਲੀ ਸ਼ਾਮ ਨਹਿਰ ਦੀ ਪਟੜੀ ਕੋਲ ਉਸਦੀ ਲਾਸ਼ ਲੱਭੀ। ਕੋਲ ਪਏ ਪਾਟੇ ਕੱਪੜੇ ਦੱਸਦੇ ਸਨ ਕਿ ਜ਼ਾਲਮਾਂ ਨੇ ਚੂੰਡਿਆ ਸੀ ਮੇਰੇ ਜਿਗਰ ਦੇ ਟੁਕੜੇ ਨੂੰ। ਪੁਲਿਸ ਨੇ ਅੱਜ ਕੱਲ੍ਹ ਦੀ ਬਹਾਨੇਬਾਜ਼ੀ ਵਿੱਚ ਮਹੀਨਾ ਕੱਢ ਦਿੱਤਾ। ਉੱਪਰਲੇ ਅਫਸਰ ਪਹਿਲੇ ਦਿਨ ਸਖਤ ਕਾਰਵਾਈ ਦਾ ਭਰੋਸਾ ਦਿੰਦੇ, ਪਰ ਕੁਝ ਦਿਨਾਂ ਬਾਅਦ ਪਤਾ ਕਰਨ ਜਾਂਦਾ ਤਾਂ ਪੱਲਾ ਝਾੜ ਦਿੰਦੇ। ਦੋਸ਼ੀ ਕਿਸੇ ਤੋਂ ਲੁਕੇ ਨਹੀਂ ਸਨ। ਪੁਲਿਸ ਸਾਡੇ ਇਲਾਕੇ ਵਾਲੇ ਲੀਡਰ ਦਾ ਕਿਹਾ ਮੰਨਦੀ ਸੀ। ਜਦੋਂ ਇਨਸਾਫ ਦੀ ਉਮੀਦ ਨਾ ਰਹੀ ਤਾਂ ਮੈਂ ਮਨ ਹੀ ਮਨ ਅੰਨੇ ਜਾਂ ਬੰਨੇ ਦੀ ਸਹੁੰ ਖਾ ਲਈ। ਬਿਲਕੁਲ ਉਵੇਂ ਜਿਵੇਂ ਅੱਜ ਤੁਹਾਨੂੰ ਸੱਚੋ ਸੱਚ ਦੱਸਣ ਦੀ ਸਹੁੰ ਬੋਲ ਕੇ ਨਹੀਂ, ਮਨ ਵਿੱਚ ਖਾਧੀ ਸੀ। ਇੱਥੇ ਆ ਕੇ ਬਿੰਦੇ ਨੇ ਫਿਰ ਲੰਮਾ ਸਾਹ ਲਿਆ। ਉਸ ਦਾ ਚਿਹਰਾ ਭਖਦਾ ਤੇ ਅੱਖਾਂ ਲਾਲ ਹੋਈਆਂ ਜਾ ਰਹੀਆਂ ਸਨ। ਉਸਨੇ ਅਦਾਲਤ ਵਾਲੇ ਕਮਰੇ ਨੂੰ ਨਿਹਾਰਿਆ। ਅੰਦਰ ਬੈਠੇ ਸਾਰੇ ਲੋਕਾਂ ਦੀਆਂ ਅੱਖਾਂ ਤੇ ਕੰਨ ਬਿੰਦੇ ਦੀ ਅਗਲੀ ਗੱਲ ਸੁਣਨ ਲਈ ਉਤਾਵਲੇ ਹੋ ਗਏ। ਲੱਤਾਂ ਦਾ ਭਾਰ ਬਦਲਦੇ ਹੋਏ ਬਿੰਦੇ ਨੇ ਅੱਗੋਂ ਸ਼ੁਰੂ ਕੀਤਾ। ਜੱਜ ਸਾਹਿਬ, ਫਿਰ ਮੈਨੂੰ ਉਹ ਸ਼ਹੀਦ ਯਾਦ ਆਉਣ ਲੱਗੇ ਜਿਨ੍ਹਾਂ ਨੇ 7 ਸਮੁੰਦਰ ਪਾਰ ਜਾ ਕੇ ਅੰਗਰੇਜ਼ਾਂ ਤੋਂ ਜ਼ਿਆਦਤੀਆਂ ਦੇ ਬਦਲੇ ਲਏ ਸਨ। ਮੇਰਾ ਮਨ ਕਹਿ ਉੱਠਦਾ ਕਿ ਮੈਨੂੰ ਤਾਂ ਦੂਰ ਜਾਣਾ ਹੀ ਨਹੀਂ ਪੈਣਾ। ਮਨ ਵਿੱਚ ਇੱਕੋ ਗੱਲ ਘਰ ਕਰ ਗਈ, ਬਦਲਾ। ਤੇ ਉਹ ਬਦਲਾ ਜੋ ਇਨਸਾਨਾਂ ਨੂੰ ਬੁੱਚੜਾਂ ਤੋਂ ਲੈਣਾ ਆਉਂਦਾ ਹੈ। ਉਹ ਬਦਲਾ ਜਿਸ ਦੀਆਂ ਮਿਸਾਲਾਂ ਨਾਲ ਕਿਤਾਬਾਂ ਭਰੀਆਂ ਪਈਆਂ। ਬੇਸ਼ੱਕ ਸਾਡੇ ਕਾਨੂੰਨ ਬਦਲੇ ਲੈਣ ਨੂੰ ਦੋਸ਼ ਮੰਨਦੇ ਨੇ, ਪਰ ਪਾਪੀਆਂ ਕੇ ਮਾਰਨੇ ਕੋ ਪਾਪ ਮਹਾਬਲੀ ਹੋ ਜਾਤਾ। ਰੱਬ ਨੇ ਵੀ ਆਪਣੀ ਡਾਂਗ ਕਿਸੇ ਹੱਥ ਫੜਾ ਕੇ ਮਾਰਨੀ ਹੁੰਦੀ ਹੈ। ਮੈਂ ਹਰ ਰੋਜ਼ ਕਈ ਸਕੀਮਾਂ ਕਰਦਾ ਤੇ ਟਾਉਂਦਾ। ਅਸਲਾ ਕਿੱਥੋਂ ਲੈਣਾ ਵਾਲਾ ਸਵਾਲ ਮੂਹਰੇ ਆ ਕੇ ਮੂੰਹ ਚੜਾਉਂਦਾ ਲੱਗਦਾ। ਤੇ ਫਿਰ ਇੱਕ ਦਿਨ ਰੱਬ ਆਪੇ ਹੀ ਬੋੜ ਪਿਆ। ਮੈਂ ਨਹਿਰ ਕੰਢੇ ਜਾ ਰਿਹਾ ਸੀ। ਉਸ ਦਿਨ ਮੈਂ ਖਾਕੀ ਭਾ ਮਾਰਦੀ ਪੈਂਟ ਕਮੀਜ਼ ਪਾਈ ਹੋਈ ਸੀ ਤੇ ਰਲਦੀ ਮਿਲਦੀ ਪੱਗ ਬੰਨੀ ਹੋਈ ਸੀ। ਹੱਥ ਵਿੱਚ ਛੋਟੀ ਜਿਹੀ ਡਾਂਗ ਮੈਂ ਆਮ ਹੀ ਫੜਨ ਲੱਗ ਪਿਆ ਸੀ। ਲੰਘਦੇ ਹੋਏ ਝਾੜੀਆਂ ਵਿੱਚ ਹਿਲਜੁਲ ਤੇ ਕੁਸਰ ਮੁਸਰ ਹੁੰਦੀ ਨਜ਼ਰੀ ਤੇ ਕੰਨੀ ਪੈ ਗਈ। ਫਰੋਤੀ ਬਦਲੇ ਕਿਸੇ ਦੇ ਕਤਲ ਦੀ ਗੱਲ ਹੋ ਰਹੀ ਸੀ। ਮਾਂ ਲਲਕਾਰਾ ਮਾਰਤਾ। ਦੋਹਾਂ ਨੂੰ ਭਾਈਚਾਂ ਰਾਹ ਨਾ ਲੱਭੇ। ਸ਼ਾਇਦ ਉਹਨਾਂ ਮੈਨੂੰ ਪੁਲਿਸ ਵਾਲਾ ਸਮਝ ਲਿਆ ਸੀ। ਬਾਅਦ ਵਿੱਚ ਪਤਾ ਲੱਗਾ ਕਿ ਮੇਰੇ ਸ਼ਰੀਕਾਂ ਨੇ
ਉਹਨਾਂ ਨਾਲ ਮੇਰੇ ਕਤਲ ਦਾ ਸੌਦਾ ਕੀਤਾ ਹੋਇਆ ਸੀ। ਭੱਜਣ ਮੌਕੇ ਉਹ 5 ਗੋਲੀਆਂ ਵਾਲਾ ਭਰਿਆ ਰਿਵਾਲਵਰ ਉੱਥੇ ਛੱਡ ਗਏ। ਆਖੇ ਅੰਨਾ ਕੀ ਭਾਲੇ 2 ਅੱਖਾਂ। ਮੈਨੂੰ ਆਪਣੀ ਮੰਜ਼ਲ ਨੇੜੇ ਹੋ ਗਈ ਲੱਗਣ ਲੱਗ ਪਈ। ਗੋਲੀਆਂ 5 ਤੇ ਬੰਦੇ 3। ਮੇਰੇ ਲਈ ਚੁਣੌਤੀ ਵੀ ਸੀ। ਨਿਸ਼ਾਨਾ ਸਾਧਨ ਲਈ ਕੁਝ ਦਿਨ ਗੁਲੇਲ ਤੇ ਹੱਥ ਅਜ਼ਮਾਈ ਕੀਤੀ। ਇੱਕ ਦਿਨ ਸ਼ਰੀਕ ਕੋਲੋਂ ਲੰਘਦਾ ਗੁਲੇਲ ਵਾਲੀ ਬੋਲੀ ਮਾਰ ਗਿਆ। ਕਈ ਸਾਲਾਂ ਬਾਅਦ ਮੇਰੇ ਮਨੋਂ ਹਾਸਾ ਫੁੱਟਿਆ ਸੀ। ਉਸ ਦਿਨ ਮੈਂ ਉਸ ਨੂੰ ਮਨ ਹੀ ਮਨ ਵਿੱਚ ਲਲਕਾਰ ਦਿੱਤਾ, ਯਾਰਾ ਖਾ ਲਾ ਲੈ, ਇਹ ਗੁਲੇਲ ਹੀ ਤੇਰਾ ਕਾਲ ਬਣੂ। 2 ਕੁ ਹਫ਼ਤਿਆਂ ਵਿੱਚ ਹੀ ਮੈਂ ਨਿਸ਼ਾਨਾ ਫੁੰਡਣ ਵਿੱਚ ਮਾਰ ਹੋ ਗਿਆ। ਤਦੇ ਪਤਾ ਲੱਗਾ ਕਿ ਅਗਲੇ ਹਫ਼ਤੇ ਆਪਣੇ ਪਿੰਡ ਖੇਡ ਮੇਲਾ ਹੈ ਤੇ ਸਾਡੇ ਲੀਡਰ ਸਾਹਿਬ ਨੇ ਵੱਡਾ ਪ੍ਰਾਹੁਣਾ ਬਣ ਕੇ ਸਟੇਜ ਤੇ ਬਹਿਣਾ। ਮੈਨੂੰ ਪਤਾ ਸੀ ਮੇਰੇ ਦੋਵੇਂ ਸ਼ਰੀਕ ਉਸ ਦੇ ਇਰਦ ਗਿਰਦ ਕੁਰਸੀਆਂ ਮੱਲਣਗੇ। ਮੈਂ ਆਪਣੀ ਪੂਰੀ ਤਿਆਰੀ ਖਿੱਚ ਲਈ। ਰਿਵਾਲਵਰ ਡੱਬ 'ਚ ਲੁਕਾਉਣ ਦਾ ਢੰਗ ਸਿੱਖ ਲਿਆ। ਪਿੰਡ 'ਚ ਗੱਲ ਤੋਰ ਦਿੱਤੀ, ਮੈਂ ਲੀਡਰ ਦੇ ਗੱਲ ਹਾਰ ਪਾਊਂਗਾ। ਉਸ ਦਿਨ ਸਟੇਜ ਸਜ ਗਈ। ਲੀਡਰ ਤੇ ਉਸਦੇ ਚੇਲੇ ਚਾਟੜੇ ਸਟੇਜ ਤੇ ਆਣ ਬੈਠੇ। ਮੈਂ ਹੱਥ ਵਿੱਚ 3 ਹਾਰ ਲੈ ਕੇ ਸਟੇਜ ਤੇ ਚੜ੍ਹਿਆ। ਫਰਵਰੀ ਦਾ ਪਹਿਲਾ ਹਫ਼ਤਾ ਸੀ ਤੇ ਮੇਰੀ ਲੋਈ ਦੀ ਬੁੱਕਲ ਸੁਭਾਵਿਕ ਜਿਹੀ ਗੱਲ ਬਣ ਗਈ। ਮਨ ਕਰੜਾ ਜਿਹਾ ਕਰਕੇ ਮੈਂ ਸਟੇਜ ਤੇ ਜਾ ਚੜ੍ਹਿਆ। ਪਹਿਲਾ ਹਾਰ ਲੀਡਰ ਨੂੰ ਪਾ ਕੇ ਉਸ ਦੀ ਝੋਲੀ 10,000 ਦਾ ਪੈਕਟ ਧਰ ਦਿੱਤਾ। ਸਪੀਕਰ ਵਾਲਾ ਮੇਰੇ ਵੱਲੋਂ ਦਿੱਤੀ ਰਕਮ ਨੂੰ ਪਾਰਟੀ ਫੰਡ ਕਹਿ ਕੇ ਤਾੜੀਆਂ ਮਰਵਾਉਣ ਲੱਗ ਪਿਆ। ਦੂਜੇ ਦੋਵੇਂ ਹਾਰ ਇੱਕ ਇੱਕ ਕਰਕੇ ਮੈਂ ਸ਼ਰੀਕਾਂ ਦੇ ਗਲ ਪਾ ਦਿੱਤੇ। ਪ੍ਰਬੰਧਕਾਂ ਨੇ ਮਾਨ ਜਿਹਾ ਦੇ ਕੇ ਲੀਡਰ ਦੇ ਪਿਛਲੇ ਪਾਸੇ ਕੁਰਸੀ ਤੇ ਬਿਠਾ ਦਿੱਤਾ। ਇੰਜ ਮੇਰੇ ਲਈ 5 ਗੋਲੀਆਂ ਨਾਲ 3 ਨਿਸ਼ਾਨੇ ਫੁੰਡਣੇ ਹੋਰ ਸੁਖਾਲੇ ਹੋ ਗਏ। ਮੈਨੂੰ ਲੱਗਣ ਲੱਗਾ ਰੱਬ ਆਪ ਕੋਲੇ ਖੜ ਕੇ ਮੇਰੇ ਤੋਂ ਪਾਪੀਆਂ ਦਾ ਨਾਸ਼ ਕਰਵਾ ਰਿਹਾ। ਜਦੋਂ ਮੈਚ ਭੱਗ ਗਿਆ, ਸਭ ਦੀਆਂ ਅੱਖਾਂ ਖਿਡਾਰੀਆਂ ਵਿੱਚ ਖੁੱਭ ਗਈਆਂ ਤਾਂ ਮੇਰਾ ਹੱਥ ਡੱਬ ਵੱਲ ਵਧਿਆ। ਲੋਈ ਦੀ ਬੁੱਕਲ ਸਵਾਰਨ ਬਹਾਨੇ ਖੜਾ ਹੋ ਕੇ ਪਹਿਲੀ ਗੋਲੀ ਲੀਡਰ ਦੇ ਕੰਨ ਉੱਤੇ ਤੇ ਅਗਲੀਆਂ 2 ਸ਼ਰੀਕਾਂ ਦੇ ਸਿਰਾਂ 'ਚੋਂ ਆਰ ਪਾਰ ਲਗਾ ਕੇ ਮੈਂ ਚੌਥਾ ਫੈਰ ਉੱਪਰ ਵੱਲ ਕਰਦਿਆਂ ਭਾਈ ਦੀ ਭੀੜ ਦੇ ਵਿੱਚੋਂ ਬਚ ਕੇ ਨਿਕਲ ਗਿਆ ਤੇ ਆਪ ਹੀ ਥਾਣੇ ਪਹੁੰਚ ਗਿਆ। ਥਾਣੇਦਾਰ ਨੂੰ ਸਾਰੀ ਗੱਲ ਦੱਸ ਕੇ ਹੱਥਕੜੀ ਲਵਾਉਣ ਲਈ ਆਪਣੇ ਹੱਥ ਉਸਦੇ ਮੂਹਰੇ ਕਰ ਦਿੱਤੇ। ਜੱਜ ਸਾਹਿਬ, ਤੁਸੀਂ ਅੰਦਾਜ਼ਾ ਲਾਓ ਕਿ ਪੁਲਿਸ ਨੇ ਤਾਂ ਮੁਕੱਦਮੇ ਦਾ ਮੋਢੀ ਗਲਤ ਬੰਨਿਆ ਕਿ ਕਤਲ ਕਰਕੇ ਭੱਜੇ ਜਾਂਦੇ ਬਿੰਦੇ ਨੂੰ ਨਾਕਾ ਲਾ ਕੇ ਅਗਲੇ ਦਿਨ ਫੜਿਆ ਸੀ। ਜੱਜ ਸਾਹਿਬ, ਇਹ ਉਹ ਇਨਸਾਫ ਸੀ ਜੋ ਕਾਨੂੰਨ ਦੇ ਸਾਰੇ ਬੂਹੇ ਬੰਦ ਹੋਣ ਤੋਂ ਬਾਅਦ ਮੈਂ ਆਪਣੇ ਸੱਚ ਦੀ ਮਦਦ ਨਾਲ ਆਪੇ ਲਿਆ ਸੀ। ਮੇਰੇ ਵੱਲੋਂ ਦੱਸੀ ਗਈ ਸਾਰੀ ਗੱਲ ਨੂੰ ਤੁਸੀਂ ਕਤਲਾਂ ਦਾ ਇਕਬਾਲ ਸਮਝੋ ਜਾਂ ਉਹ ਜੋ ਕਾਨੂੰਨ ਦੀਆਂ ਕਿਤਾਬਾਂ ਬੋਲਦੀਆਂ ਨੇ। ਹੁਣ ਤੁਹਾਡੀ ਕਲਮ ਤੇ ਨਿਰਭਰ ਕਰਦਾ ਮੈਨੂੰ ਕਦੋਂ ਫਾਂਸੀ ਲਟਕਾਉਣ ਦਾ ਹੁਕਮ ਦਿੰਦੇ ਹੋ। ਮੈਨੂੰ ਦਿੱਤੀ ਜਾਣ ਵਾਲੀ ਫਾਂਸੀ ਦਾ ਰਤਾ ਵੀ ਦੁੱਖ ਨਹੀਂ ਹੋਵੇਗਾ। ਬਸ ਇਹੀ ਕੁਝ ਕਹਿਣਾ ਸੀ ਜੋ ਕਹਿਣ ਲਈ ਆਪਨੇ ਮੌਕਾ ਦਿੱਤਾ, ਜਿਸ ਲਈ ਮੈਂ ਤੁਹਾਡਾ ऋणी ਰਹਾਂਗਾ। ਮੈਂ ਫਿਰ ਦੁਹਰਾਉਂਦਾ ਹਾਂ ਕਿ ਮੇਰੇ ਮੂੰਹੋਂ ਨਿਕਲੀ ਹਰ ਗੱਲ ਸ਼ੀਸ਼ੇ ਵਰਗਾ ਸੱਚ ਸੀ ਤੇ ਸ਼ੀਸ਼ਾ ਲੋਕਾਂ ਨੂੰ ਵਿਖਾਉਣ ਲਈ ਹੀ ਮੈਂ ਅੱਜ ਏਡਾ ਜਿਗਰਾ ਕਰ ਸਕਿਆ। ਰੀਡਰ ਨੇ ਬਿੰਦੇ ਵੱਲੋਂ ਲਿਖਾਏ ਬਿਆਨ ਵਾਲੇ ਕਾਗਜ਼ਾਂ ਤੇ ਉਸ ਤੇ ਦਸਤਖਤ ਕਰਵਾਏ ਤੇ ਜੱਜ ਸਾਹਿਬ 2 ਘੰਟੇ ਲਈ ਅਦਾਲਤ ਮੁਲਤਵੀ ਕਰਕੇ ਪਿਛਲੇ ਕਮਰੇ ਵਿੱਚ ਜਾ ਬੈਠੇ। 4 ਵਜੇ ਫਿਰ ਉਸੇ ਨਾਂ ਹੇਠ ਆਵਾਜ਼ ਪਈ। ਅਦਾਲਤੀ ਕਮਰੇ ਵਿੱਚ ਫਿਰ ਤੋਂ ਭੀੜ ਵਧਣ ਲੱਗੀ। ਜੱਜ ਸਾਹਿਬ ਨੇ ਫੈਸਲਾ ਪੜ੍ਹਨਾ ਸ਼ੁਰੂ ਕੀਤਾ। ਇਹ ਅਦਾਲਤ ਕੇਸ ਦੇ ਸਾਰੇ ਪਹਿਲੂਆਂ, ਮੌਕੇ ਦੇ ਗਵਾਹਾਂ, ਘਟਨਾ ਦੇ ਹਾਲਾਤ ਅਤੇ ਬਲਵਿੰਦਰ ਸਿੰਘ ਦੇ ਇਕਬਾਲੀਆ ਬਿਆਨ ਤੇ ਗੌਰ ਕਰਕੇ ਇਸ ਨਤੀਜੇ ਤੇ ਪੁੱਜੀ ਹੈ ਕਿ ਬਲਵਿੰਦਰ ਸਿੰਘ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਉਸਦੇ ਪਰਿਵਾਰ ਦੇ ਜੀਆਂ ਯਾਨੀ ਪਿਤਾ, ਪਤਨੀ ਤੇ ਧੀ ਦੀ ਸ਼ੱਕੀ ਮੌਤਾਂ ਦੀ ਜਾਂਚ ਕੀਤੀ ਜਾਵੇ। ਅਦਾਲਤ ਇਲਾਕਾ ਪੁਲਿਸ ਨੂੰ ਹੁਕਮ ਕਰਦੀ ਹੈ ਕਿ ਤਿੰਨਾਂ ਮੌਤਾਂ ਦੀ ਬਰੀਕੀ ਨਾਲ ਜਾਂਚ ਕਰਕੇ ਉਸ ਨੂੰ ਇਸ ਕੇਸ ਵਿੱਚ ਜੋੜਦੇ ਹੋਏ ਸਾਰੇ ਮਾਮਲੇ ਨੂੰ ਮੁੜ ਤੋਂ ਅਦਾਲਤ ਵਿੱਚ ਪੇਸ਼ ਕਰੇ ਤਾਂ ਕਿ ਹਰ ਧਿਰ ਨਾਲ ਇਨਸਾਫ ਕੀਤਾ ਜਾ ਸਕੇ। ਜਾਂਚ ਅਫਸਰ ਇਹ ਯਕੀਨੀ ਬਣਾਏ ਕਿ ਜਾਂਚ ਤੇ ਉਂਗਲੀ ਉੱਠਣ ਦੀ ਗੁੰਜਾਇਸ਼ ਨਾ ਰਹੇ। ਤਦ ਤੱਕ ਬਲਵਿੰਦਰ ਸਿੰਘ ਨੂੰ 50,000 ਰੁਪਏ ਦੇ ਜਾਤੀ ਮੁਚਲਕੇ ਤੇ ਰਿਹਾ ਕੀਤਾ ਜਾਵੇ ਤਾਂ ਜੋ ਉਹ ਜਾਂਚ ਵਿੱਚ ਸਹਿਯੋਗ ਕਰ ਸਕੇ। ਹੁਕਮ ਸੁਣਾ ਕੇ ਜੱਜ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਸਦੇ ਫੈਸਲੇ ਤੋਂ ਇਨਸਾਫ ਝਲਕਦਾ ਹੀ ਨਹੀਂ
ਸਗੋਂ ਡਲਕਾ ਮਾਰਿਆ ਹੋਵੇ। ਉਸ ਨੂੰ ਪਤਾ ਸੀ ਕਿ ਜਾਂਚ ਦੀ ਸਮਾਂ ਸੀਮਾ ਤੈਅ ਨਾ ਕੀਤੇ ਜਾਣ ਕਾਰਨ ਫਾਈਲ ਸਾਲਾਂ ਬੱਧੀ ਮੇਜ਼ਾਂ ਦਾ ਘੱਟਾ ਫੱਕਣ ਬਾਅਦ ਕਿਸੇ ਖੂੰਜੇ ਦਫਨ ਹੋ ਜਾਏਗੀ। ਜੱਜ ਦੇ ਹੁਕਮਾਂ ਦੀ ਨਕਲ ਲੈ ਕੇ ਬਿੰਦੇ ਦੇ ਸਾਲੇ ਨੇ ਜ਼ਮਾਨਤ ਦੀ ਕਾਗਜ਼ੀ ਕਾਰਵਾਈ ਪੂਰੀ ਕੀਤੀ। ਪਿੰਡ ਦੇ ਨੰਬਰਦਾਰ ਤੋਂ ਤਸਦੀਕ ਕਰਾਇਆ ਤੇ ਬਿੰਦੇ ਦੀ ਹੱਥਕੜੀ ਖੁੱਲ ਗਈ। ਘਰ ਜਾਣ ਦੀ ਥਾਂ ਬਿੰਦੇ ਨੇ ਉਹ ਰਾਤ ਗੁਰਦੁਆਰੇ ਦੀ ਪਰਿਕਰਮਾ ਵਿੱਚ ਜਾਗ ਕੇ ਬਿਤਾਈ। ਉਸ ਨੂੰ ਲੱਗਣ ਲੱਗਿਆ ਜਿਵੇਂ ਗੁਰੂ ਸਾਹਿਬ ਆਪਣੀ ਕਹੀ ਹੋਈ ਕੂੜ ਨਿਖੁੱਟੇ ਨਾਨਕਾ ਊੜਕ ਸੱਚ ਰਹੀ ਨੂੰ ਸਾਬਤ ਕਰਨ ਲਈ ਆਪ ਆ ਕੇ ਜੱਜ ਦੇ ਸੂਰਤ ਤੇ ਸਵਾਰ ਹੋ ਗਏ ਹੋਣ।